ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੋ ਸ਼ਬਦ ਉਚਾਰ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਸ਼ਲੋਕ ਮਹੱਲਾ ਪਹਿਲਾ। ਤਾਕੀ ਰਜਾਏ ਲਿਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਹੁਕਮ ਹੋਆ ਹਾਸਲ ਤਦੇ, ਹੋਏ ਨਿਬੜਿਆ ਹੰਡ ਹੈ ਜੀ ਕਮਾਂਦੇ। ਤਾਕੀ ਰਜਾਏ ਲਿਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਹੁਕਮ ਹੋਆ ਹਾਸਲ ਤਦੇ, ਹੋਏ ਨਿਬੜਿਆ ਹੰਡ ਹੈ ਜੀ ਕਮਾਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਦੀ ਵਾਰ ਦੇ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 653 ਤੇ ਸ਼ਿਸ਼ੋਭਤ ਹੈ। ਇਸ ਵਿੱਚ 2 ਸ਼ਲੋਕ ਤੇ ਇੱਕ ਪੌੜੀ ਹੈ। ਇੱਕ ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਦੂਸਰਾ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਪੌੜੀ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਜੀ ਮਹਾਰਾਜ ਸਾਨੂੰ ਕੀ ਸੋਝੀ ਦੇ ਰਹੇ ਨੇ, ਸੋ ਆਓ ਜਾਣੀਏ। ਸ਼ਲੋਕ ਮਹੱਲਾ ਪਹਿਲਾ। ਤਾਂ ਕੀ ਰਜਾਏ ਲਿਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਧਰਤੀ 'ਤੇ ਵਿਚਰੇ ਹੈ, ਮਹਾਰਾਜ ਜੀ ਦੀ ਜੋਗੀਆਂ ਦੇ ਨਾਲ ਚਰਚਾ ਹੋਈ, ਸਿੱਧਾਂ ਦੇ ਨਾਲ, ਨਾਥਾਂ ਦੇ ਨਾਲ, ਕਾਜ਼ੀਆਂ ਦੇ ਨਾਲ, ਪੰਡਤਾਂ ਦੇ ਨਾਲ ਚਰਚਾ ਹੋਈ ਹੈ। ਸੋ ਜਿਹੜੇ ਧਾਰਮਿਕ ਆਗੂ ਸਨ, ਜਿਹੜੇ ਕੁਝ ਸਮਝਦੇ ਸੀ ਵੀ ਹਾਂ ਸਾਡੇ ਕੋਲ ਕੁਝ ਹੈ, ਚਰਚਾ ਉਹਨਾਂ ਦੇ ਨਾਲ ਹੁੰਦੀ ਹੈ। ਜਿਹੜਾ ਜਗਿਆਸੂ ਹੈ ਉਹ ਚਰਚਾ ਨਹੀਂ ਕਰਦਾ, ਉਹ ਉਪਦੇਸ਼ ਲੈਂਦਾ ਹੈ। ਉਹਨੇ ਉਪਦੇਸ਼ ਮੰਗਣਾ ਵੀ ਜੋ ਆਪ ਜੀ ਉਪਦੇਸ਼ ਦਿਓ ਅਤੇ ਉਹ ਮੈਂ ਗ੍ਰਹਿਣ ਕਰ ਲਵਾਂ। ਬਲਕਿ ਉਹ ਤਾਂ ਇਹੀ ਕਹਿੰਦਾ ਮੈਨੂੰ ਗ੍ਰਹਿਣ ਕਰਨਾ ਵੀ ਨਹੀਂ ਆਉਂਦਾ, ਲੈਣਾ ਵੀ ਨਹੀਂ ਆਉਂਦਾ। ਆਪ ਜੀ ਤਾਂ ਉਪਦੇਸ਼ ਦਿੰਦੇ ਹੋ ਅਤੇ ਮੈਨੂੰ ਲੈਣਾ ਨਹੀਂ ਆਉਂਦਾ। ਬੁੱਧੀ ਤਿਆਰ ਹੋ, ਬੁੱਧੀ ਨਹੀਂ ਸਮਝਣਾ ਹੁੰਦਾ। ਹੁਣ ਬੁੱਧੀ ਨਹੀਂ ਜੇ ਤਿਆਰ ਤਾਂ ਉਪਦੇਸ਼ ਕਿਵੇਂ ਲਿਆ ਜਾ ਸਕਦਾ ਹੈ। ਇਸ ਕਰਕੇ ਜਿਹੜਾ ਸਿੱਖ ਹੈ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਤੇਰਾ ਉਪਦੇਸ਼ ਸਰਬ ਸ਼੍ਰੋਮਣੀ ਹੈ। ਮੇਰੀ ਬੁੱਧੀ ਜਿਹੜੀ ਹੈ ਉਹ ਉੱਦਾਂ ਦੀ ਨਹੀਂ ਹੈ, ਇਹਨੂੰ ਤਿਆਰ ਕਰ ਦਿਓ। ਫਿਰ ਬੁੱਧੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਉਸ ਲੈਵਲ 'ਤੇ ਲੈ ਜਾਂਦੇ ਹੈ, ਫਿਰ ਬੁੱਧੀ ਸਮਝਦੀ ਹੈ। ਹੁਣ ਜਿਨ੍ਹਾਂ ਨੇ ਨਿੰਦਾ ਕਰਨੀ ਹੈ, ਨਾ ਉਪਦੇਸ਼ ਨਹੀਂ ਲੈਣਾ, ਨਾ ਉਹਨਾਂ ਨੇ ਸੁਣਨਾ, ਉਹਨਾਂ ਦੀ ਇੱਕ ਵੱਖਰੀ ਆਪਣੀ ਜਮਾਤ ਹੈ। ਇਸ ਸੰਸਾਰ ਵਿੱਚ ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਸਭਨਾਂ ਨੂੰ ਉਪਦੇਸ਼ ਦਿੱਤਾ ਹੈ। ਉਹਨਾਂ ਨੇ ਨਿੰਦਕਾਂ ਨੂੰ ਵੀ ਤਾਰਿਆ, ਉਹਨਾਂ ਨੇ ਸਿੱਧਾਂ ਨਾਥਾਂ ਜੋਗੀਆਂ ਨੂੰ ਵੀ ਤਾਰਿਆ, ਉਹਨਾਂ ਨੇ ਆ ਪੰਡਿਤ ਲੋਕ ਜਿਹੜੇ ਕਾਜੀ ਬ੍ਰਾਹਮਣ ਧਾਰਮਿਕ ਆਗੂ ਸਨ ਉਹਨਾਂ ਨੂੰ ਵੀ ਤਾਰਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਿਉਂਕਿ ਮਹਾਰਾਜ ਜੀ ਦੇ ਜਿਹੜੇ ਬਚਨ ਹੁੰਦੇ ਸਨ ਸੋ ਉਹਨਾਂ ਦੇ ਵਿੱਚ ਜੋ ਅਸਲੀਅਤ ਹੈ ਜ਼ਿੰਦਗੀ ਦੀ ਉਹ ਛੁਪੀ ਹੋਈ ਹੁੰਦੀ ਸੀ। ਅਤੇ ਜਿਹੜੀ ਜ਼ਿੰਦਗੀ ਦੀ ਅਸਲੀਅਤ ਜਦੋਂ ਸਾਡੀ ਜ਼ਿੰਦਗੀ ਦੀ ਅਸਲੀਅਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਆਪਣਾ ਹੀ ਮਨ ਫਿਰ ਆਪਣੇ ਆਪ ਨੂੰ ਸਮਝਾ ਲੈਂਦਾ ਹੈ। ਸੋ ਜਿੰਨਾ ਚਿਕਰ ਮੇਰੀ ਆਪਣੀ ਲਾਈਫ ਦੀ ਅਸਲੀਅਤ ਮੇਰੇ ਸਾਹਮਣੇ ਨਹੀਂ ਆ ਉਹਨਾਂ ਚਿਕਰ ਸੋ ਮੈਂ ਬਚਦਾ ਹਾਂ। ਕਈ ਪ੍ਰਕਾਰ ਦੀਆਂ ਦਲੀਲਾਂ ਜਿਹੀਆਂ ਮਨ ਘੜਦਾ ਰਹਿੰਦਾ ਅਤੇ ਬਚਦਾ ਹੈ। ਜਦੋਂ ਸਾਹਮਣੇ ਆ ਜਾਂਦਾ ਫਿਰ ਮਨ ਖੁਦ ਸਮਝਾਉਂਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਵਿੱਚ ਭਾਈ ਕਹਿੰਦੇ ਨੇ, ਕਹਿੰਦੇ ਪਾਂਡੇ ਜਿਹੜੇ ਆ ਜੋਤਿਸ਼ ਵਗੈਰਾ ਲਾਉਣੇ ਵਾਲੇ ਲੋਕਾਂ ਨੂੰ ਵਹਿਮਾਂ ਅਤੇ ਭਰਮਾਂ ਵਿੱਚ ਪਾਉਣਾ, ਕਿਉਂਕਿ ਜੋ ਕੁਝ ਕਿਸੇ ਨੇ ਕੀਤਾ ਹੈ, ਜੋ ਕੁਝ ਕਿਸੇ ਨੇ ਬੀਜਿਆ ਉਹ ਉਸਨੇ ਵੱਢਣਾ। ਜੇ ਪਾਪ ਕੀਤੇ ਹੋਏ ਨੇ ਤਾਂ ਉਸ ਦਾ ਫਲ ਦੁੱਖ ਉਸਨੂੰ ਭੋਗਣਾ ਹੀ ਪਵੇਗਾ। ਹਾਂ ਜੇ ਚੰਗੇ ਕਰਮ ਕੀਤੇ ਨੇ ਉਸ ਦਾ ਫਲ ਸੁੱਖ ਭੋਗੇਗਾ। ਹੁਣ ਕੀਤੇ ਹੋਏ ਪਾਪ ਨੇ ਉਹ ਕਿਵੇਂ ਮਿਟਣਗੇ? ਉਹ ਤਾਂ ਭੋਗਣੇ ਹੀ ਪੈਣੇ ਨੇ। ਉਹ ਦਿੰਦਾ ਸਭਨਾਂ ਨੂੰ ਹੈ, ਸਭਨਾਂ ਨੂੰ ਦਿੰਦਾ ਹੈ ਅਤੇ ਉਹ ਵੀ ਸਾਡੇ ਭਾਗਾਂ ਅਨੁਸਾਰ ਜੋ ਮਹਾਰਾਜ ਕਹਿੰਦੇ ਲਿਖੇ ਆਵੇ ਭਾਗ। ਦੁੱਖ ਵੀ ਭਾਗਾਂ ਦਾ ਮਿਲਦਾ, ਸੁੱਖ ਵੀ ਭਾਗਾਂ ਦਾ ਮਿਲਦਾ। ਦੁਨੀਆ ਦੁਖੀ ਵੀ ਬੜੀ ਹੈ। ਹੁਣ ਉਹ ਭਾਗਾਂ ਨਾਲ ਦੁੱਖ ਮਿਲਿਆ। ਜੋ ਛੰਦਾ ਭਾਗ ਕੀ ਜੋ ਛੰਦਾ ਜੋ ਹਿੱਸਾ ਮੇਰਾ, ਮੇਰੇ ਹਿੱਸੇ ਦਾ ਦੁੱਖ ਮੈਨੂੰ ਹੀ ਮਿਲਣਾ, ਦੂਜੇ ਨੂੰ ਥੋੜ੍ਹੀ ਮਿਲਣਾ। ਅਤੇ ਮੇਰੇ ਹਿੱਸੇ ਦਾ ਸੁੱਖ ਵੀ ਮੈਨੂੰ ਹੀ ਮਿਲਣਾ, ਦੂਜੇ ਨੂੰ ਥੋੜ੍ਹੀ ਮਿਲਣਾ। ਉਹਦੀ ਗੱਲ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਲਿਖਿਆ ਹੋਇਆ ਕਹਿੰਦੇ ਮਹਾਰਾਜ ਕਹਿੰਦੇ, ਅਤੇ ਲਿਖਿਆ ਕਿਨੇ ਆ? ਲਿਖਣੇ ਵਾਲਾ ਵੀ ਆਪ ਹੈ। ਚਲੋ ਮੰਨਦੇ ਕਹਿੰਦੇ ਵਿਧ ਮਾਤਾ ਲਿਖਦੀ ਹੈ। ਮਹਾਰਾਜ ਕਹਿੰਦੇ ਚਲ ਵਿਧ ਮਾਤਾ ਕਿਹਦੇ ਹੁਕਮ ਨਾਲ ਲਿਖਦੀ ਪਈ? ਠੀਕ ਹੈ, ਮੰਨਿਆ ਵੀ ਕਾਲਮ ਵਿਧਾਤਾ ਵਿਧ ਮਾਤਾ ਕਹਿੰਦੇ ਨੇ ਹਿੰਦੂ ਲੋਕ ਵੀ ਜੇ ਵਿਧ ਮਾਤਾ ਦੇ ਹੱਥ ਵਿੱਚ ਕਲਮ ਹੈ ਅਤੇ ਕਿਹਦੇ ਹੁਕਮ ਦੇ ਵਿੱਚ ਚੱਲੀ? ਤਾਂ ਕਿ ਰਜਾਏ, ਰਜਾ ਤਾਂ ਉਹਦੀ ਚੱਲੀ ਨਾ। ਲਿਖਿਆ ਗਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜੋ ਲਿਖਿਆ ਗਿਆ ਪਾਏ ਉਹ ਪ੍ਰਾਪਤ ਹੋਇਆ। ਅਤੇ ਅਬ ਕਿਆ ਕੀਜੈ ਪਾਂਡੇ, ਵੀ ਹੁਣ ਕੀ ਕਰ ਸਕਦੇ? ਹੁਣ ਤਾਂ ਲੇਖ ਜਿਹੜਾ ਲਿਖਿਆ ਗਿਆ ਥੋੜ੍ਹੀ ਮਿਟਦਾ। ਲੇਖ ਨਾ ਮਿਟੀਏ ਸਕੀ ਜੋ ਲਿਖਿਆ ਕਰਤਾਰ। ਹਾਂ ਜਿਸ ਦੇ ਹੱਥ ਵਿੱਚ ਕਲਮ ਹੈ ਉਹ ਸਭ ਕੁਝ ਕਰ ਸਕਦਾ। ਜਾਂ ਤਾਂ ਫਿਰ ਕਰਤਾਰ ਨੂੰ ਮੰਨੋ, ਰੱਬ ਨੂੰ ਮੰਨੋ, ਪਰਮੇਸ਼ਰ ਨੂੰ ਮੰਨੋ ਵੀ ਉਹੀਓ ਆ, ਇੱਕੋ ਹੀ ਹੈ। ਪੈਦਾ ਕਰਨੇ ਵਾਲਾ, ਸਿਰਜਣੇ ਵਾਲਾ, ਪਾਲਣੇ ਵਾਲਾ, ਲੇਖ ਲਿਖਣੇ ਵਾਲਾ ਇੱਕੋ ਹੀ ਹੈ। ਫਿਰ ਤਾਂ ਗੱਲ ਮੰਨੀ ਜਾਂਦੀ ਹੈ। ਜੇ ਹੁਣ ਅੱਡ ਅੱਡ ਬਣਾ ਲੈ, ਇੱਕ ਪੈਦਾ ਕਰਨੇ ਵਾਲਾ ਹੈ, ਇੱਕ ਪਾਲਣੇ ਵਾਲਾ, ਇੱਕ ਮਾਰਨੇ ਵਾਲਾ, ਇੱਕ ਲੇਖ ਲਿਖਣੇ ਵਾਲਾ, ਅਤੇ ਉਹ ਅੱਡ ਅੱਡ ਵਿਭਾਗ ਸਾਰੇ ਵੰਡ ਦਿੱਤੇ ਹੈ ਵੀ ਇਹ ਧਨ ਦਾ ਦੇਵਤਾ ਹੈ, ਇਹ ਮੌਤ ਦਾ ਦੇਵਤਾ ਹੈ, ਇਹ ਮੀਂਹ ਦਾ ਦੇਵਤਾ ਹੈ, ਇਹ ਸੂਰਜ ਹੈ, ਅੱਗ ਦਾ ਦੇਵਤਾ ਹੈ। ਇਹ ਫਿਰ ਜਦੋਂ ਅੱਡ ਅੱਡ ਹੀ ਕਰ ਦਿੱਤੇ ਤਾਂ ਫਿਰ ਤਾਂ ਭਾਗਾਂ ਦੇ ਨਾਲ ਹੀ ਹੈ। ਹੁਣ ਉਹਨਾਂ ਨੇ ਤਾਂ ਜਿਉਂ ਜਿਉਂ ਤੇਰੇ ਕਰਮਾਂ ਦੇ ਵਿੱਚ ਉਸ ਹਿਸਾਬ ਨਾਲ ਤੈਨੂੰ ਦੇ ਦੇਣਾ। ਅਤੇ ਜੇ ਮੰਨ ਲਿਆ ਇੱਕ ਵੀ ਇੱਕੋ ਹੀ ਹੈ ਅਤੇ ਫਿਰ ਕਲਮ ਉਹਦੇ ਹੱਥ 'ਚ ਹੀ ਹੈ। ਉੱਥੇ ਵੀ ਮਹਾਰਾਜ ਕਹਿੰਦੇ ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਹਦੇ ਹੱਥ ਵਿੱਚ ਕਲਮ ਹੈ। ਅਤੇ ਉਹਨੂੰ ਫਿਰ ਮਹਾਰਾਜ ਹੁਣ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ, ਸਭ ਕੁਝ ਕਰ ਸਕਦੇ ਹੈ। ਸੋ ਲੇਖਾਂ ਨੂੰ ਲਿਖਣਾ, ਲੇਖਾਂ ਨੂੰ ਮਿਟਣਾ, ਲੇਖਾਂ ਨੂੰ ਦੁਬਾਰਾ ਲਿਖਣਾ, ਸਾਰਾ ਕੁਛ ਉਸ ਦੇ ਹੱਥ ਦੇ ਵਿੱਚ ਹੈ, ਅਕਾਲ ਪੁਰਖ ਦੇ। ਜੇ ਉਸ ਨੂੰ ਮੰਨ ਲਿਆ, ਜੇ ਅੱਡ ਅੱਡ ਮੰਨਦੇ ਪਏ ਵੀ ਹਾਂ ਵੀ ਵਿਦਮਾਤਾ ਨੇ ਪਾਂਡੇ, ਫਿਰ ਕਹਿੰਦੇ ਜੋ ਉਹਦੇ ਕਰਮਾਂ 'ਚ ਲਿਖਿਆ ਹੋਇਆ ਉਹੀ ਮਿਲਣਾ। ਕਹਿੰਦੇ ਵਾਧੂ ਦਾ ਕਹਿੰਦੇ ਮਿਲ ਨਾ ਰਿਹਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ, ਹੰਡਾ ਹੈ ਜੀ ਕਮਾਂਦੇ। ਜਿੰਨੇ ਜੀ ਨੇ ਨਾ ਸਾਰੇ, ਜੋ ਉਸ ਦਾ ਹੁਕਮ ਹੁੰਦਾ ਹੈ ਨਾ, ਜੋ ਉਸ ਦਾ ਹੁਕਮ ਹੁੰਦਾ ਉਸੇ ਅਨੁਸਾਰ ਵਰਤਾਰਾ ਵਰਤਦਾ ਪਾਤਸ਼ਾਹ ਕਹਿੰਦੇ। ਅਤੇ ਜਿਤਨੇ ਜੀਆ ਜੰਤ ਨੇ ਸਾਰੇ ਹੀ ਉਸ ਦੇ ਹੁਕਮ ਨੂੰ ਹੀ ਹੰਢਾਉਂਦੇ ਨੇ।
ਉਹਦੇ ਹੁਕਮ ਦੇ ਅਨੁਸਾਰ ਚੱਲਣਾ। ਜੇ ਕੋਈ ਚੱਲਦਾ ਕੋਈ ਸੋ ਹੱਸ ਕੇ ਚੱਲਦਾ ਉਹ ਖੁਸ਼ੀ ਪ੍ਰਾਪਤ ਕਰਦਾ, ਜੇ ਹੱਸ ਕੇ ਨਹੀਂ ਕੋਈ ਚੱਲਦਾ ਹੈ ਤੇ ਭਾਈ ਉਹ ਚਲਾ ਲੈਂਦਾ। ਹੰਡਾ ਜੀ ਕਮਾਉਂਦੇ, ਅਸੀਂ ਆ ਜੋ ਵੀ ਕਮਾਈਆਂ ਕਰਦੇ ਹਾਂ ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਹੈ। ਹੰਡਾ ਜੀ ਕਮਾਉਂਦੇ, ਹੰਡਾ ਹੁੰਦਾ ਹੰਡਾਉਣਾ। ਹਰ ਕੋਈ ਉਸ ਦੇ ਹੁਕਮ ਨੂੰ ਹੰਢਾ ਰਿਹਾ ਹੈ। ਕੋਈ ਕਮਾਈ ਕਰ ਜਾਂਦਾ, ਕੋਈ ਗਵਾ ਲੈਂਦਾ। ਸੋ ਕੋਈ ਤਾਂ ਕਮਾਈ ਕਰ ਜਾਂਦਾ, ਕੋਈ ਗਵਾ ਲੈਂਦਾ। ਜਾਂ ਕਹਿ ਲਓ ਸਾਰੇ ਕਮਾਈਆਂ ਹੀ ਕਰਦੇ ਨੇ, ਸਾਰੇ ਹੰਡਾ ਜੀ ਕਮਾਉਂਦੇ, ਸਾਰੇ ਹੀ ਤਾਂ ਕਮਾਉਂਦੇ ਪਏ ਨੇ। ਅਤੇ ਫਰਕ ਇਹ ਹੈ ਕੋਈ ਨਾਮ ਦਾ ਧਨ ਕਮਾਉਂਦਾ ਅਤੇ ਕੋਈ ਦੁਨਿਆਵੀ ਧਨ ਕਮਾਉਂਦਾ ਹੈ। ਕੋਈ ਦੁੱਖ ਕਮਾਉਂਦਾ, ਕੋਈ ਸੁੱਖ ਕਮਾਉਂਦਾ, ਕੋਈ ਪਾਪ ਕਮਾਉਂਦਾ, ਕੋਈ ਪੁੰਨ ਕਮਾਉਂਦਾ। ਕਮਾਉਂਦੇ ਸਾਰੇ ਨੇ। ਹੰਡੇ ਜੀ ਕਮਾਉਂਦੇ, ਹੁਕਮ ਲਿਖਿਆ ਹੋਇਆ ਹੈ। ਜੇ ਉਸ ਦੇ ਹੁਕਮ ਨੂੰ ਜਾਣ ਲਿਆ, ਸਮਝ ਲਿਆ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਨੂੰ ਪਹਿਲੋਂ ਜਾਣੋ, ਬਾਣੀ ਨੂੰ ਸਮਝੋ। ਜਿਨ੍ਹਾਂ ਨੇ ਬਾਣੀ ਨੂੰ ਜਾਣ ਲਿਆ, ਬਾਣੀ ਨੂੰ ਸਮਝ ਲਿਆ, ਅਤੇ ਭਾਈ ਉਹ ਦੁੱਖ ਦੇ ਵਿੱਚ ਵੀ ਉਹਦੀ ਵਡਿਆਈ ਕਰਦਾ। ਦੁੱਖ ਦੇ ਵਿੱਚ ਵੀ ਸ਼ੁਕਰ ਹੈ ਪਰਮਾਤਮਾ ਵੀ ਮੇਰਾ ਦੁੱਖ ਤੂੰ ਕੱਟ ਦਿੱਤਾ ਹੈ, ਨਹੀਂ ਤਾਂ ਇਹ ਤਾਂ ਭੋਗਣਾ ਦਾ ਪੈਣਾ ਸੀਗਾ ਅਤੇ ਤੂੰ ਕਟਾਤਾ। ਜਿੱਦਾਂ ਬਾਕੀ ਦੁਖੀ ਬਿਲਕਦੇ ਨੇ, ਤੂੰ ਇੱਦਾਂ ਬਿਲਕਣ ਨਹੀਂ ਦਿੱਤਾ। ਦੁੱਖ ਦੇ ਵਿੱਚ ਵੀ ਹੱਥ ਦੇ ਕਰਕੇ ਤੂੰ ਰੱਖਿਆ। ਸੁੱਖ ਦੇ ਵਿੱਚ ਤਾਂ ਸਾਰੇ ਮੁਸਕਰਾਉਂਦੇ ਨੇ, ਜਿਹੜਾ ਦੁੱਖ ਦੇ ਵਿੱਚ ਵੀ ਮੁਸਕਰਾਉਂਦਾ ਮਤਲਬ ਵੀ ਉਸਨੇ ਹੁਕਮ ਨੂੰ ਜਾਣ ਲਿਆ, ਉਸਨੇ ਹੁਕਮ ਨੂੰ ਸਮਝ ਲਿਆ। ਸਾਰੇ ਜੀਆ ਜੰਤ ਉਸ ਦੇ ਹੁਕਮ ਨੂੰ ਹੀ ਹਟਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਸੋ ਕੋਈ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ। ਹਰ ਕੋਈ ਉਸ ਦੇ ਹੁਕਮ ਨੂੰ ਹਟਾਉਂਦਾ ਪਿਆ, ਹਰ ਕੋਈ। ਇਸ ਗੱਲ ਨੂੰ ਪਾਂਡੇ ਤੂੰ ਸਮਝ। ਕਹਿੰਦੇ ਮਹਲਾ ਦੂਜਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਦਾਂ ਪਸ਼ੂ ਦੇ ਨੱਕ ਦੇ ਵਿੱਚ ਨੱਥ ਪਾਈ ਹੁੰਦੀ ਹੈ, ਨੱਥ। ਜਦੋਂ ਪਸ਼ੂ ਦੇ ਨੱਥ ਪਾ ਦਿਓ ਅਤੇ ਫਿਰ ਉਹ ਰੱਸੀ ਜਿਸ ਦੇ ਹੱਥ ਵਿੱਚ ਹੁੰਦੀ, ਜਿਹਨੂੰ ਮਰਜ਼ੀ ਮੋੜ ਲਵੇ ਅਤੇ ਉਂਝ ਨਹੀਂ ਮੁੜਦਾ। ਜਿਹੜਾ ਵੈੜਾ ਪਸ਼ੂ ਹੁੰਦਾ ਕਿੱਥੇ ਮੁੜਦਾ ਹੈ। ਸੋ ਸਾਡੀ ਸਾਰਿਆਂ ਦੀ ਜਿਹੜੀ ਨੱਥ ਹੈ ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਉਹ ਨੱਥ ਕਿਹੜੀ ਹੈ? ਕਹਿੰਦੇ ਹੁਕਮ ਦੀ ਨੱਥ ਹੈ। ਮਹਾਰਾਜ ਕਹਿੰਦੇ ਸੋ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਸੋ ਕਿਰਤ ਸਾਡਾ ਕੰਮਕਾਰ, ਇਹ ਸਾਨੂੰ ਧੱਕਾ ਦਿੰਦਾ। ਇਹ ਧੱਕਾ ਦਿੰਦਾ ਕਿੱਥੇ ਬੰਦਾ ਜਨਮ ਲੈਂਦਾ ਹੈ। ਹੁਣ ਜਿੱਥੇ ਇਹਦਾ ਕੰਮਕਾਰ ਹੈ ਉੱਥੇ ਧੱਕਾ ਮਿਲਿਆ। ਜਿੱਥੇ ਕੰਮਕਾਰ ਹੈ ਉੱਥੇ ਧੱਕਾ ਮਿਲਿਆ, ਉੱਥੇ ਪਹੁੰਚਾ। ਹੁਣ ਜਿੱਥੇ ਕੰਮਕਾਰ ਨਹੀਂ ਆ ਉੱਥੋਂ ਇਸ ਦੇ ਕੰਮ ਨੇ ਇਸ ਨੂੰ ਧੱਕਾ ਦੇ ਦਿੱਤਾ। ਕਿਰਤ ਧੱਕੇ ਦੇ। ਸੋ ਇਹਦੀ ਜਿਹੜੀ ਕਿਰਤ ਹੈ ਇਹੀ ਇਹਨੂੰ ਧੱਕੇ ਦਿੰਦੀ। ਬੰਦਾ ਕਹਿੰਦਾ ਵੀ ਮੈਂ ਹੁਣ ਇੱਥੇ ਕੰਮ ਛੱਡਣਾ, ਇੱਥੇ ਲੈਣਾ, ਹੁਣ ਮੈਂ ਇੱਧਰ ਜਾਣਾ, ਇੱਧਰ ਜਾਣਾ। ਉਹ ਕਿਰਤ ਹੀ ਧੱਕੇ ਦਿੰਦੀ, ਕੰਮ ਹੀ ਧੱਕਾ ਦਿੰਦਾ। ਜੇ ਸੋ ਕੰਮ ਧੱਕਾ ਨਾ ਦੇਵੇ, ਇੱਕ ਜਗ੍ਹਾ ਬੈਠਾ ਰਹੇ, ਕਿਰਤ ਧੱਕੇ ਦਿੰਦੀ ਹੈ। ਕਿਰਤ ਵੀ ਕਿਉਂ ਧੱਕੇ ਦਿੰਦੀ? ਕਹਿੰਦੇ ਉਹਦਾ ਦਾਣੇ ਉੱਥੇ ਹੈ ਨਹੀਂ, ਜਹਾਂ ਦਾਣੇ ਤਹਾਂ ਖਾਣੇ। ਉਹਦੇ ਕਿਰਤ ਨੇ ਧੱਕਾ ਦੇ ਦਿੱਤਾ ਵੀ ਤੇਰੇ ਇੱਥੇ ਦਾਣੇ ਨਹੀਂ ਹੈ, ਤੇਰੀ ਰੋਜੀ ਨਹੀਂ ਹੈ, ਤੇਰੀ ਰੋਟੀ ਨਹੀਂ ਹੈ। ਜਿੱਥੇ ਹੁਣ ਤੇਰੀ ਰੋਟੀ ਤੇ ਉੱਥੇ ਜਾ। ਕਿਰਤ ਧੱਕਾ ਦਿੰਦੀ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਕਹਿੰਦੇ ਕਿਉਂਕਿ ਹਰੇਕ ਜੀ ਦੀ ਉਹ ਪਾਲਣਾ ਕਰਦਾ। ਇਹ ਨਹੀਂ ਇਕੱਲਾ ਮਨੁੱਖ ਦੀ ਗੱਲ ਹੈ। ਹੁਣ ਪਕਸ਼ੀ ਦੇਖ ਲਓ ਤਾਂ। ਸੋ ਪਕਸ਼ੀ ਕਿੱਥੇ ਕਿੱਥੇ ਜਦੋਂ ਦਰੱਖਤ ਤੋਂ ਉਡਾਰੀ ਮਾਰਦੇ ਹੈ ਅਤੇ ਉਹਨਾਂ ਨੂੰ ਇਹ ਥੋੜ੍ਹੀ ਪਤਾ ਉਹਨੇ ਕਿੱਥੋਂ ਆਪਣਾ ਰਿਜ਼ਕ ਲੈਣਾ। ਉਹਨਾਂ ਦਾ ਉਹ ਰਿਜ਼ਕ ਉਹਨਾਂ ਨੂੰ ਧੱਕਾ ਦਿੰਦਾ। ਹੁਣ ਉਹ ਦਰੱਖਤ 'ਤੇ ਬੈਠੇ ਨੇ, ਦਰੱਖਤ 'ਤੇ ਚਾਰੇ ਦਿਸ਼ਾਵਾਂ ਨੇ। ਹੁਣ ਉਹਨੇ ਪੂਰਬ ਨੂੰ ਜਾਣਾ, ਪੱਛਮ ਨੂੰ ਜਾਣਾ, ਉੱਤਰ ਨੂੰ ਜਾਣਾ, ਕਿੱਧਰ ਨੂੰ ਜਾਣਾ, ਕਿੱਧਰ ਨੂੰ ਉਡਾਰੀ ਮਾਰਨੀ। ਉਹਨਾਂ ਦੀ ਰਿਜ਼ਕ ਜਿਹੜੀ ਹੈ ਨਾ, ਰਿਜ਼ਕ ਨੇ ਉਹਨਾਂ ਨੂੰ ਬੁਲਾ ਲੈਣਾ ਅਤੇ ਫਿਰ ਉਹਨਾਂ ਦਾ ਜਿਹੜਾ ਕੰਮ ਉੱਡ ਕੇ ਜਾਣਾ। ਇਹ ਕਿਰਤ ਧੱਕਾ ਦਿੱਤਾ ਅਤੇ ਜਾ ਕੇ ਆਪਣਾ ਰਿਜ਼ਕ ਚੋੜ ਲਿਆ ਹੈ। ਅਤੇ ਔਰ ਕਦੀ ਵੀ ਨਿਰਾਸ਼ ਨਹੀਂ ਹੋਇਆ ਪਕਸ਼ੀ, ਕਦੀ ਵੀ ਨਿਰਾਸ਼ ਨਹੀਂ ਹੋਇਆ। ਜਦੋਂ ਅਸੀਂ ਨਿਰਾਸ਼ ਹੋ ਜਾਂਦੇ ਨਾ, ਉਹ ਨਹੀਂ ਕਦੀ ਨਿਰਾਸ਼ ਹੋਇਆ। ਜਿੱਥੇ ਜਾਂਦਾ ਉੱਥੇ ਉਹਨੂੰ ਰਿਜ਼ਕ ਮਿਲ ਹੀ ਜਾਂਦਾ। ਕਿਉਂ? ਮਾਲਕ 'ਤੇ ਭਰੋਸਾ ਹੀ ਇੰਨਾ। ਕਾਰਨ ਕੀ? ਹੋਰ ਹੈ ਕੁਝ ਨਹੀਂ ਕੋਲ। ਇਨਸਾਨ ਨੇ ਤਾਂ ਬੜਾ ਕੁਝ ਜਮ੍ਹਾਂ ਕਰਕੇ ਰੱਖਿਆ ਹੁੰਦਾ ਹੈ, ਪਈ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ। ਮਾਲਕ ਨੂੰ ਇਹਨਾਂ ਦਾ ਫਿਕਰ ਹੁੰਦਾ। ਚਾਹੇ ਕੀੜੇ ਨੇ, ਮਕੌੜੇ ਨੇ, ਜਿਤਨੇ ਵੀ ਜੀਆ ਜੰਤ ਉਸਨੇ ਪੈਦਾ ਕੀਤੇ ਹੋਏ ਨੇ, ਅਤੇ ਭਾਈ ਉਹਨਾਂ ਦਾ ਜਿੱਥੇ ਜਿੱਥੇ ਰਿਜ਼ਕ ਹੈ ਉੱਥੇ ਉਹਨਾਂ ਨੂੰ ਉਹ ਭੇਜ ਦਿੰਦਾ। ਕਿਰਤ ਧੱਕੇ ਦੇ।
ਆ ਕਈ ਸੋ ਕੀੜੀਆਂ ਦੇ ਭੌਣਾਂ ਦੇ ਉੱਤੇ ਸਤਨਾਜਾ ਪਾਉਂਦੇ ਆ, ਕਹਿੰਦੇ ਵਿਚਾਰੇ ਜਾਨਵਰ ਖਾ ਲੈਣਗੇ ਨੇ, ਪਤਾ ਨਹੀਂ ਕਿੰਨੇ ਕਰੋੜਾਂ ਦੀ ਤਾਦਾਦ ਦੇ ਵਿੱਚ ਨੇ ਇੱਦਾਂ ਦੇ ਕੀੜੇ ਮਕੌੜੇ, ਕਰੋੜਾਂ ਦੀ ਤਾਦਾਦ ਦੇ ਵਿੱਚ। ਅਤੇ ਇਨਸਾਨ ਕਿੱਡਾ ਸਵਾਰਥੀ ਹੈ, ਅਤੇ ਪਰਉਪਕਾਰ ਵਾਸਤੇ ਥੋੜ੍ਹੀ ਪਾਉਂਦਾ, ਉਹ ਤਾਂ ਆਪਣੇ ਗ੍ਰਹਿ ਟਾਲਦਾ ਪਿਆ। ਕਿਤੇ ਪੰਡਤ ਨੇ ਕਹਿ ਦਿੱਤਾ ਜੋਤਸ਼ੀ ਨੇ ਵੀ ਇਹਨਾਂ ਨੂੰ ਪਾਇਆ ਕਰੋ, ਪਕਸ਼ੀਆਂ ਨੂੰ ਪਾਇਆ ਕਰੋ, ਗ੍ਰਹਿ ਟਾਲਦਾ। ਸੋ ਇਹਨਾਂ ਦਾ ਰਿਜ਼ਕ ਤਾਂ ਕਰਤੇ ਪੁਰਖ ਨੇ ਲਿਖਿਆ ਹੋਇਆ ਹੈ, ਕਿੱਥੇ ਕਿੱਥੇ ਕਿਹਦਾ ਕਿੱਦਾਂ ਰਿਜ਼ਕ ਹੈ, ਉਸ ਤਰ੍ਹਾਂ ਨਾਲ ਇਹ ਉਡਾਰੀਆਂ ਮਾਰਦੇ ਨੇ ਅਤੇ ਆਪਾਂ ਆਪਣਾ ਰਿਜ਼ਕ ਲੱਭਦੇ ਨੇ। ਉਹ ਸਭਨਾਂ ਨੂੰ ਪਾਲਦਾ ਹੈ। ਸੋ ਜੋ ਮੈਨੂੰ ਉਸਨੇ ਦਿੱਤਾ, ਇਹਦੇ 'ਚ ਮੈਂ ਪਕਸ਼ੀਆਂ, ਕੀੜਿਆਂ, ਮਕੌੜਿਆਂ ਨੂੰ ਕੱਢ ਦਿੰਦਾ, ਅਤੇ ਇਹ ਮੈਨੂੰ ਕਿਹਨੇ ਦਿੱਤਾ ਹੈ? ਜਿਹਨੇ ਮੈਨੂੰ ਦਿੱਤਾ ਉਹਦੇ ਵੀ ਜੀਆ ਜੰਤ ਉਹਦੇ ਹੀ ਨੇ। ਸੋ ਜੇ ਤਾਂ ਮਨ ਵਿੱਚ ਇਹ ਸੈਲਫਿਸ਼ਪੁਣਾ ਨਹੀਂ ਹੈ, ਹਾਂ ਵੀ ਮੇਰੇ ਗ੍ਰਹਿ ਟਾਲਣਾ, ਫਿਰ ਤਾਂ ਚਲੋ ਠੀਕ ਹੈ ਜੀ, ਹੁਣ ਗ੍ਰਹਿ ਤਾਂ ਤੂੰ ਆਪਣੇ ਟਾਲਦਾ ਪਿਆ। ਹਾਂਜੀ, ਸੋ ਮਹਾਰਾਜ ਕਹਿੰਦੇ ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਾ, ਇੱਕ ਦੋ ਦੀ ਗੱਲ ਨਹੀਂ, ਭਾਵੇਂ ਹਜ਼ਾਰਾਂ ਹੀ ਸਿਆਣਪਾਂ ਕਰ ਲਾ, ਕਹਿੰਦੇ ਨਹੀਂ ਗੱਲ ਨਹੀਂ ਬਣਨੀ। ਕਹਿੰਦੇ ਸੋ ਇਹ ਚਤਰਾਈਆਂ ਹੁੰਦੀਆਂ। ਸੋ ਇਹਨਾਂ ਤੋਂ ਮੁਕਤ ਹੋਣਾ ਚਾਹੀਦਾ, ਇਹਨਾਂ ਤੋਂ ਪੁਰਖਣਾ ਚਾਹੀਦਾ ਹੈ, ਕਰਤੇ ਪੁਰਖ ਨੂੰ ਸਮਝਣਾ ਚਾਹੀਦਾ ਵੀ ਸਾਰੀ ਕਰਤੇ ਪੁਰਖ ਦੀ ਲੀਲਾ, ਇਹਨੂੰ ਸਮਝਣਾ ਚਾਹੀਦਾ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿੰਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ, ਇਹੋ ਹੀ ਸੱਚ ਹੈ। ਜਿੱਥੇ ਜਿੱਥੇ ਕਿਸੇ ਦੇ ਦਾਣੇ ਹੁੰਦੇ ਉਹ ਖਾਂਦਾ। ਕਹਿੰਦੇ ਪੌੜੀ ਸਭੇ ਗੱਲਾਂ ਆਪ ਥਾਟ ਬਹਾਲੀਓ ਨਾ, ਆਪੇ ਰਚਨ ਰਚਾਏ, ਆਪੇ ਹੀ ਘਾਲਿਓ ਨ। ਇਹ ਰਚਨਾ ਸੰਸਾਰ ਹੁਣ ਇੱਦਾਂ ਥੋੜ੍ਹੀ ਵੀ ਹਾਂ ਵੀ ਇੱਕ ਚੀਜ਼ ਉਸਨੇ ਬਣਾਤੀ ਹੈ। ਉਸਨੇ ਜੇ ਇਨਸਾਨ ਬਣਾਇਆ ਅਤੇ ਉਹਦੇ ਵਾਸਤੇ ਕਿੰਨਾ ਕੁਝ ਉਸਨੇ ਬਣਾਇਆ ਇਨਸਾਨ ਦੇ ਵਾਸਤੇ। ਬਾਕੀ ਹੋਰ ਜਿੰਨੇ ਜੀ ਆ ਜਾਂਦੇ 84 ਲੱਖ ਜੂਨ ਹੈ। ਹੁਣ ਸਭਨਾਂ ਦਾ ਰਿਜ਼ਕ, ਸਭਨਾਂ ਦਾ ਰਹਿਣ ਸਹਿਣ, ਸਾਰੀ ਰਚਨਾ ਰਚੀ ਉਸਨੇ। ਬੰਦੇ ਨੇ ਜਿੱਥੇ ਬਸੇਵਾ ਕਰਨਾ ਉੱਥੇ ਸਾਰਾ ਕੁਝ ਚਾਹੀਦਾ। ਬੰਦਾ ਕਹਿੰਦਾ ਵੀ ਮੈਂ ਆਪਣੀ ਮਿਹਨਤ ਨਾ ਕਰਦਾ, ਨਹੀਂ, ਉਹਦੇ ਦਿਮਾਗ ਦੇ ਵਿੱਚ ਸੋਚ ਪਾਉਂਦਾ ਅਕਾਲ ਪੁਰਖ, ਫਿਰ ਉਸ ਹਿਸਾਬ ਦੇ ਨਾਲ ਇਹ ਕੰਮ ਕਰਦਾ, ਉਸ ਹਿਸਾਬ ਨਾਲ ਆਪਣੇ ਮਕਾਨ ਦੇ ਰਹਿਣ ਦਾ ਸਿਸਟਮ ਬਣਾਉਂਦਾ। ਸੋ ਇਹ ਸਾਰਾ ਹੁਣ ਇੰਨਾ ਡਿਵੈਲਪ ਬੰਦਾ ਕਰ ਗਿਆ। ਆ ਸੜਕਾਂ ਬਣਾਤੀਆਂ, ਗੱਡੀਆਂ ਮੋਟਰਾਂ ਬਣਾ ਲਈਆਂ। ਅਸਲ ਦੇ ਵਿੱਚ ਰੱਬ ਨੇ ਇਸ ਦੇ ਦਿਮਾਗ ਦੇ ਵਿੱਚ ਸੋਚ ਪਾਤੀ। ਹੁਣ ਜਿੱਦਾਂ ਬਾਕੀ ਜਾਨਵਰ ਸਾਰੇ ਜੰਗਲਾਂ 'ਚ ਰਹਿ ਰਹੇ ਨੇ, ਅਤੇ ਇਨਸਾਨ ਥੋੜ੍ਹੀ ਰਹਿ ਸਕਦਾ ਸੀਗਾ, ਇਨਸਾਨ ਨਹੀਂ ਸੀ ਰਹਿ ਸਕਦਾ। ਸੋ ਇਹਦੇ ਦਿਮਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੀ ਸੋਚ ਪਾ ਦਿੱਤੀ, ਇਹਦੀ ਬੁੱਧੀ ਨੂੰ ਡਿਵੈਲਪ ਕਰ ਦਿੱਤਾ। ਜੇ ਹੋਰ ਡੀਪਲੀ ਦੇਖੀਏ ਤਾਂ ਬੁੱਧੀ ਨੂੰ ਡਿਵੈਲਪ ਤਾਂ ਕੀਤਾ ਸੀ ਬੰਦਗੀ ਵਾਸਤੇ, ਭਜਨ ਵਾਸਤੇ, ਅਤੇ ਇਹਨੇ ਬੁੱਧੀ ਨੂੰ ਦੂਜੇ ਪਾਸੇ ਸਰੀਰ ਦੇ ਸੁੱਖਾਂ ਵਾਸਤੇ ਲਾ ਲਿਆ। ਜਿਹੜਾ ਅੰਦਰਲਾ ਸਿਸਟਮ ਇਹਦਾ, ਅੰਦਰਲੀ ਜੋਤ ਹੈ ਜੋ ਕਿ ਇੱਕ ਕਰਨੀ, ਪੂਰਨ ਜੋਤ ਤਾਂ ਤਦੇ ਗਿਆ ਨਾ ਮਹਾਰਾਜ, ਪੂਰਨ ਜੋਤ ਜਗ੍ਹਾ ਘੱਟ ਮੈਂ, ਜਿਹੜੀ ਮੱਧਮ ਪੈ ਚੁੱਕੀ ਆ, ਦੀਪਕ ਮਲੀਨ ਹੋ ਚੁੱਕਾ ਆ। ਸੋ ਜੋਤ ਨੂੰ ਪੂਰਾ ਕਰਨਾ ਸੀ, ਉੱਧਰਲੇ ਪਾਸੇ ਬੁੱਧੀ ਨੂੰ ਵਰਤਿਆ ਨਹੀਂ, ਸਰੀਰ ਦੇ ਸੁੱਖਾਂ ਵਾਸਤੇ ਨੇ ਵਰਤ ਲਿਆ। ਇਹ ਸਰੀਰ ਫੇਰ ਵੀ ਨਹੀਂ ਰਹਿਣਾ, ਇਹ ਤਾਂ ਸਵਾਹ ਆ। ਸੋ ਇਹ ਰਚਨਾ ਤਾਂ ਅਕਾਲ ਪੁਰਖ ਨੇ ਵਧੀਆ ਰਚੀ ਹੈ, ਪਰ ਸੋ ਇਹਦਾ ਨਾ ਇਸਤੇਮਾਲ ਜਿਹੜਾ ਆ ਇਹ ਗਲਤ ਤਰੀਕੇ ਨਾਲ ਕਰਨ ਲੱਗ ਪਿਆ। ਫਿਰ ਅੱਖੀਂ ਵੇਖਦਾ ਵੀ ਸਾਰਾ ਕੁਝ, ਬੜੇ ਸਭ ਇੱਥੋਂ ਜਾ ਰਹੇ ਨੇ, ਬੜੇ ਵਿਦਵਾਨ, ਸਾਇੰਸਦਾਨ, ਡਾਕਟਰ, ਸਭ ਕੁਝ ਇੱਥੋਂ ਜਾ ਰਹੇ ਨੇ। ਅਤੇ ਭਾਈ ਸੋ ਜੇ ਉਹ ਚਲ ਗਏ, ਤੂੰ ਵੀ ਚਲੇ ਜਾਣਾ। ਜਿਸ ਕੰਮ ਲਈ ਤੈਨੂੰ ਬੁੱਧੀ ਦਿੱਤੀ ਉਹ ਆ, ਬੁੱਧੀ ਤੋਂ ਉਹ ਕੰਮ ਕਰ, ਉਹ ਕੰਮ ਲੈ ਬੁੱਧੀ ਤੋਂ। ਉਹਦੀ ਰਚਨਾ ਦੇਖ, ਰਚਨਾ ਰਚੀ ਉਸਨੇ, ਤੈਨੂੰ ਰਚਿਆ, ਤੈਨੂੰ ਸਾਰੇ ਸੁੱਖ ਦਿੱਤੇ, ਅਤੇ ਚਾਹੁੰਦਾ ਕੀ ਆ? ਉਹ ਚਾਹੁੰਦਾ ਤਾਂ ਇੱਕੋ ਹੀ ਨਾ, ਬੰਦ ਕੀ ਚਾਹੁੰਦਾ? ਉਹਦੇ 'ਚ ਫਾਇਦਾ ਵੀ ਤੇਰਾ ਹੀ ਹੈ ਵੀ ਅਕਾਲ ਪੁਰਖ ਦਾ ਉਹਨੂੰ ਕੋਈ ਲਾਭ ਹੈ, ਚਾਹੇ ਬੰਦਗੀ ਕਰ ਚਾਹੇ ਨਾ ਕਰ, ਉਹਨੂੰ ਕੋਈ ਲਾਭ ਨਹੀਂ ਹੈ। ਇਹਦੇ ਵਿੱਚ ਤੇਰੇ ਫਾਇਦੇ ਵਾਸਤੇ ਸਾਰੀ ਰਚਨਾ ਉਸ ਨੇ ਰਚ ਦਿੱਤੀ। ਇਸ ਕਰਕੇ ਕਹਿੰਦੇ ਸਭੇ ਗੱਲਾਂ ਆਪ ਥਾਟ ਬਹਾਲੀ ਓਨ। ਥਾਟ ਹੁੰਦਾ ਥਾਟਣਾ। ਸੋ ਆ ਜਿਹੜਾ ਸੰਸਾਰ ਨੂੰ ਥਾਟ ਕਿਹਾ ਹੋਇਆ, ਸਾਰਾ ਥਾਟ ਉਹਦਾ ਹੀ ਬਣਾਇਆ ਹੋਇਆ। ਫਿਰ ਸਾਨੂੰ ਸਾਰਿਆਂ ਨੂੰ ਬਹਾਲ ਦਿੱਤਾ, ਅਤੇ ਇਹਦੇ ਵਿੱਚ ਸਾਨੂੰ ਸਾਰੀਆਂ ਗੱਲਾਂ ਦੀ ਸੋਝੀ ਵੀ ਦੇ ਦਿੱਤੀ। ਜਿੱਦਾਂ ਹੁਣ ਸੰਗਤ ਕੀ ਹੈ? ਸਾਧ ਸੰਗਤ ਜਿਹੜੇ ਘਰ ਨੇ ਇਹ ਥਾਟ ਹੈ, ਇਹ ਕਰਤੇ ਪੁਰਖ ਦਾ ਥਾਟ ਹੈ। ਅਤੇ ਉਹਨੇ ਆਪ ਇਹ ਥਾਟ ਬਣਾਇਆ। ਗੁਰੂ ਨਾਨਕ ਦੇ ਰੂਪ ਦੇ ਵਿੱਚ ਆਣ ਕੇ ਸੰਗਤ ਕਿਹਨੇ ਬਣਾਈ ਹੈ? ਸੰਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਣਾਈ ਹੈ। ਅਤੇ ਉਹਨੇ ਗੁਰੂ ਨਾਨਕ ਦੇ ਰੂਪ ਵਿੱਚ ਆਣ ਕੇ ਇਹ ਸਾਧ ਸੰਗਤ ਰੂਪ ਥਾਟ ਬਣਾ ਦਿੱਤਾ।
ਤੇ ਫਿਰ ਆਪਣੇ ਸਿੱਖਾਂ ਨੂੰ ਬਹਾਲ ਦਿੱਤਾ ਤੇ ਸਾਰੀਆਂ ਗੱਲਾਂ ਸੰਗਤ ਵਿੱਚ ਪਾਤੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਸੋ ਇੱਕ ਐਸਾ ਇਹ ਥਾਟ ਬਣਾ ਕੇ ਦੇ ਦਿੱਤਾ, ਇਹ 'ਚ ਸਾਰੀਆਂ ਹੀ ਗੱਲਾਂ ਪਾ ਦਿੱਤੀਆਂ, ਜਿਹੜੀ ਮਰਜ਼ੀ ਗੱਲ ਪੁੱਛ ਲਓ ਪਾਤਸ਼ਾਹ ਕਹਿੰਦੇ। ਤੇ ਇਹਦੇ ਵਿੱਚ ਸੋ ਉਹਨਾਂ ਨੂੰ ਬਹਾਲ ਦਿੱਤਾ ਜਿਨ੍ਹਾਂ ਦੀ ਸੋਚ ਗੁਰੂ ਨਾਨਕ ਦੇਵ ਜੀ ਦੇ ਨਾਲ ਰਲਦੀ ਸੀ। ਕਿੰਨੇ ਭਗਤ ਬਹਿ ਗਏ, ਕਿੰਨੇ ਭੱਟ ਬੈਠੇ ਹੋਏ ਨੇ, ਕਿੰਨੇ ਸਿੱਖ ਵੀ ਬੈਠ ਗਏ, ਤੇ ਸਭ ਕੁਝ ਪਾ ਦਿੱਤਾ ਬਾਣੀ ਦੇ ਵਿੱਚ। ਸਾਰੀ ਉਹਦੀ ਆਪਣੀ ਖੇਡ ਹੈ। ਕਹਿੰਦੇ ਆਪੇ ਰਚਨ ਰਚਾਏ ਆਪੇ ਹੀ ਘਾਲਿਓਨ। ਇਹ ਰਚਨਾ ਸਾਰੀ ਆਪ ਹੀ ਉਹਦੀ ਰਚੀ ਹੋਈ ਹੈ ਤੇ ਉਹਦੀ ਆਪਣੀ ਘਾਲਣਾ ਹੈ। ਤੇ ਜੇ ਕਿਸੇ ਗੁਰਮੁਖ ਦੇ ਉੱਤੇ ਕਿਰਪਾ ਹੁੰਦੀ ਹੈ, ਉਹ ਇਸ ਸਿਸਟਮ ਨੂੰ ਸਮਝ ਲੈਂਦਾ ਹੈ। ਸੰਸਾਰ ਦੇ ਸਿਸਟਮ ਨੂੰ ਜੇ ਕਿਤੇ ਸਮਝ ਲੈਂਦਾ ਨਾ ਤੇ ਬੰਦਗੀ 'ਚੋਂ ਰਾਹ ਸੁਣਨ ਲੱਗ ਪੈਂਦਾ ਹੈ। ਤੇ ਉਹ ਫਿਰ ਕਦੀ ਆਪਣੇ ਆਪ ਦੇ ਵਿੱਚ ਹੰਕਾਰ ਵਿੱਚ ਨਹੀਂ ਆਉਂਦਾ। ਸੋ ਇੱਕੋ ਗੱਲ ਕਹਿੰਦਾ ਉਸਨੇ ਕਰਤੇ ਪੁਰਖ ਨੇ ਆਪ ਹੀ ਮੇਰੇ ਪਾਸੋਂ ਘਾਲਣਾ ਕਰਾਈ। ਮਸ਼ੱਕਤ ਹੀ ਹੈ, ਜਿਹੜਾ ਅੰਮ੍ਰਿਤ ਵੇਲੇ ਦਾ ਉੱਠਣਾ, ਬਾਣੀ ਪੜ੍ਹਨੀ, ਨਾਮ ਜਪਣਾ, ਸੰਗਤ ਦੀ ਸੇਵਾ ਕਰਨੀ, ਮਸ਼ੱਕਤ ਹੈ, ਘਾਲਣੀ ਹੈ। ਕਹਿੰਦੇ ਉਹਨੇ ਆਪ ਹੀ ਘਾਲਣ ਵਾਸਤੇ ਉਦਮ ਦਿੱਤਾ ਹੈ। ਬਾਣੀ ਪੜ੍ਹਾਈ, ਨਾਮ ਜਪਾਇਆ, ਸੋਝੀ ਦਿੱਤੀ, ਫੇਕ ਤੇ ਜਾ ਕੇ ਸਮਝ ਲੱਗੀ। ਕਹਿੰਦੇ ਉਹਦੀ ਰਚਨਾ ਦੀ ਆਪੇ ਜੰਤ ਉਪਾਏ ਆਪ ਪ੍ਰਤਪਾਲਿਓ। ਆਇਓ ਗੱਲ ਦੀ ਨਹੀਂ ਸਮਝ ਲੱਗਦੀ। ਆਹ ਹੀ ਗੱਲ ਜਿਹੜੀ ਹੈ ਨਾ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਸਮਝ ਨਹੀਂ ਲੱਗਦੀ ਇਸ ਗੱਲ ਦੀ। ਪੈਦਾ ਕਰਨੇ ਵਾਲਾ ਉਹ ਆਪ ਹੈ ਔਰ ਹਰ ਇੱਕ ਨੂੰ, ਜਿਤਨੇ ਵੀ ਜੀਆ ਜੰਤ ਨੇ ਸਭਨਾਂ ਨੂੰ ਉਸਨੇ ਆਪ ਹੀ ਪੈਦਾ ਕੀਤਾ। ਤੇ ਇਨਸਾਨ ਨਹੀਂ ਪਾਲਣਾ ਕਰਦਾ, ਉਹ ਤਾਂ ਪਿੰਜਰਿਆਂ 'ਚ ਬੰਦ ਕਰ ਲੈਂਦਾ। ਜਿਹੜਾ ਇਨਸਾਨ ਹੈ ਕਿ ਪਿੰਜਰਿਆਂ 'ਚ ਬੰਦ ਕਰਦਾ, ਹੋਰ ਕੀ ਕਰਦਾ? ਜਿੰਨੇ ਆ ਜਾਨਵਰ ਨੇ, ਪਸ਼ੂ ਪਕਸ਼ੀ, ਇਹਨਾਂ ਨੂੰ ਪਿੰਜਰਿਆਂ 'ਚ ਬੰਦ ਕਰਦਾ। ਸੋ ਆਪ ਆਪਣਾ ਆਪ ਖੁਦ ਪਿੰਜਰੇ ਵਿੱਚੋਂ ਨਿਕਲਣ ਦਾ ਕੋਈ ਯਤਨ ਨਹੀਂ ਕਰਦਾ। ਸਰੀਰ ਕੀ ਹੈ, ਇਹਨੂੰ ਪਿੰਜਰਾ ਹੀ ਕਿਹਾ ਹੋਇਆ। ਪੰਖੀ ਬਸੇ ਵਿਚਾਰਾ, ਇਹਦੇ 'ਚ ਤਾਂ ਨਿਕਲਦਾ ਯਤਨ ਕੋਈ ਨਹੀਂ, ਦੂਸਰਿਆਂ ਨੂੰ ਵੀ ਪਿੰਜਰੇ 'ਚ ਬੰਦ ਕਰੀ ਚਲੇ ਜਾਂਦਾ ਹੈ। ਭਾਈ ਬੜੀ ਮੁਸ਼ਕਿਲ ਨਾਲ ਕਿਤੇ ਸੋਝੀ ਮਿਲਦੀ ਹੈ। ਇਹ ਸਾਰੀ ਰਚਨਾ ਉਸੇ ਦੇ ਜੀਆ ਜੰਤ ਉਸਨੇ ਪੈਦਾ ਕੀਤੇ ਹੋਏ ਨੇ ਔਰ ਪਾਲਣਾ ਵੀ ਆਪ ਕਰਦਾ ਹੈ। ਜੇ ਕਿਤੇ ਸਾਡੇ ਦੁਆਰਾ ਸੋ ਉਹ ਕੁਝ ਕਰਾਉਂਦਾ ਹੈ ਨਾ, ਕਿਸੇ ਨੂੰ ਰਿਜ਼ਕ ਦਵਾਉਂਦਾ, ਅਸੀਂ ਨਹੀਂ ਦੇ ਰਹੇ, ਉਹ ਸਾਨੂੰ ਹੁਕਮ ਕਰਦਾ, ਉਹ ਦਵਾਉਂਦਾ ਹੈ। ਅਤੇ ਬੜੀ ਦੇਰ ਬਾਅਦ ਕਿਤੇ ਇਸ ਗੱਲ ਦੀ ਸੋਝੀ ਆਉਂਦੀ ਹੈ। ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਪਰ ਆਪਣਿਆਂ ਸੇਵਕਾਂ ਨੂੰ, ਜਿਹੜੇ ਉਹਦੇ ਇਸ ਗੱਲ ਨੂੰ ਸਮਝ ਲਏ, ਰਾਜਾ ਰਾਮ ਦੀ ਕਹਾਣੀ ਹੈ ਸਾਰੀ। ਕਿਵੇਂ ਸ੍ਰਿਸ਼ਟੀ ਦੀ ਸਿਰਜਣ ਕਰਦਾ, ਕਿਵੇਂ ਉਹ ਪਾਲਣ ਕਰਦਾ। ਸੋ ਕਿਸ ਤਰੀਕੇ ਦੇ ਨਾਲ ਉਸ ਹਰ ਇੱਕ ਦੀ ਬੇਨਤੀ ਨੂੰ ਸੁਣਦਾ। ਇਹੀ ਰਾਜਾ ਰਾਮ ਦੀ ਸਾਰੀ ਕਹਾਣੀ। ਜਿਹਨੂੰ ਜਾਨੀ ਦੇ ਰਾਜਾ ਰਾਮ ਕੀ ਕਹਾਣੀ, ਜੇ 'ਤੇ ਕਿਰਪਾ ਕਰਦਾ ਇਸ ਕਹਾਣੀ ਨੂੰ ਜਾਣ ਲੈਂਦਾ। ਜਿਹੜੇ ਸੇਵਕ ਬਣ ਗਏ, ਜਿਹੜੇ ਇਸ ਕਹਾਣੀ ਨੂੰ ਜਾਣ ਗਏ, ਉਹਨਾਂ ਨੂੰ ਦਾਸ ਕਹਿ ਦਿੱਤਾ। ਜਿਹੜੇ ਉਹਦੇ ਇਸ ਕਹਾਣੀ ਨੂੰ ਸਮਝ ਗਏ, ਉਹਨਾਂ ਨੂੰ ਦਾਸ ਕਹਿ ਦਿੱਤਾ। ਉਹਦੀ ਬਾਬਤ ਮਹਾਰਾਜ ਕਹਿੰਦੇ ਦਾਸ ਰੱਖੇ ਕੰਠ ਲਾਏ, ਆਪਣੇ ਨਾਲ ਲਾ ਕੇ ਰੱਖਦਾ। ਨਦਰ ਨਿਹਾਲਿਓਨ, ਤੇ ਉਹ ਜਦ ਕੰਠ ਨਾਲ ਹੀ ਲਾ ਲਿਆ ਤੇ ਨਜ਼ਰ ਪੈ ਗਈ ਤੇ ਭਗਤ ਤਾਂ ਹਰ ਵਕਤ ਨਿਹਾਲ ਰਹਿੰਦਾ ਫਿਰ। ਸੋ ਹਰ ਨਿਹਾਲ ਹੁੰਦਾ ਦੁੱਖਾਂ ਤੋਂ ਰਹਿਤ। ਹਾਲ ਦੁੱਖਾਂ ਨੂੰ ਕਿਹਾ ਜਾਂਦਾ। ਨੰਨਾ ਨਾਂ ਵਾਚਕ ਹੈ ਨਿਹਾਲ, ਭਾਵ ਦੁੱਖਾਂ ਤੋਂ ਰਹਿਤ। ਸੋ ਭਗਤ ਜਨ ਦੁੱਖਾਂ ਤੋਂ ਰਹਿਤ ਹੁੰਦੇ ਨੇ। ਕਿਹਦੀ ਕਿਰਪਾ? ਕਹਿੰਦੇ ਉਹਦੀ ਨਜ਼ਰ ਹੋ ਗਈ। ਕਹਿੰਦੇ ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲਿਓਨ। ਭਗਤਾਂ ਦੇ ਘਰ ਵਿੱਚ ਹਮੇਸ਼ਾ ਆਨੰਦ ਰਹਿੰਦਾ। ਕਿਉਂਕਿ ਉਹਨਾਂ ਨੇ ਜਿਹੜਾ ਅੰਦਰ ਵਿਕਾਰਾਂ ਦੇ ਪ੍ਰਤੀ ਪਿਆਰ ਪਿਆ ਹੋਇਆ ਸੀ, ਉਹ ਸਾੜ ਕੇ ਸੁਆਹ ਕਰ ਦਿੱਤਾ। ਭਾਉ ਦੂਜਾ ਜਾਲਣ, ਦਵੈਤ ਭਾਵਨਾ ਸਾਰੀ ਖਤਮ ਕਰ ਲਈ ਸ਼ਬਦ ਦੇ ਨਾਲ। ਇਸ ਕਰਕੇ ਭਗਤ ਜਨ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਜੀ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੈ।
ਹਰ ਨਾਲ ਰਹੌਂਤ ਮਨ ਵੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋਖੇ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਭਾਵੇਂ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸ਼ਾਨ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਹੂੰ ਆਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕਹੋ ਤਿਤ ਕਰ ਅਨਹਦ ਵਾਜੇ ਅਨ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੇਰੇ ਸਗਲ ਵਿਸੂਰੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਆਨੇ ਤੁਮਰਾ ਅੰਤ ਊਚੇ ਊਚਾ ਭਗਵਾਨ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਹਾਇ ਸਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੱਲ ਦੀ ਸ਼ਬਦ ਕਾ ਵਿਚਾਰ ਬਣਾਈ ਕੇ ਆਏ ਰੰਗ ਗੁਰਦੇ ਪ੍ਰਕਾਸ਼ ਰਾਮ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਕੇ ਆਈਏ ਜਿਸ ਸਭ ਵਿਕਾਰ ਤੇਗ ਬਾਰ ਦਰਸ਼ਨ ਰਿਆ ਪ੍ਰਮੋਦ ਦਿਆ ਘਰ ਦੀ ਸਤਾਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਾਈ ਸਹਾਇ ਦਸਵੇਂ ਪਾਤਸ਼ਾਹ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਕਰਨ ਤੇ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਂ ਸਰਦਾਰ ਚਾਲੀਆਂ ਕਟੀਆਂ ਜਪੀਆਂ ਸਿੱਧ ਗੁਰੂ ਜਿਨ੍ਹਾਂ ਤੇਰਾ ਨਾਮ ਜਪਿਆ ਵਾਣੀ ਕੇ ਆਦਿ ਭਲਾਈ ਤੇ ਮੁਬਾਰਕ ਦੇ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰੋ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਸਿੱਖਣੀਆਂ ਧਰਮ ਦੇ ਸਿੱਖ ਤੇ ਵਾਹਿ ਗੋਪੀਆਂ ਨਹੀਂ ਕਰਦੇ ਜੜੀ ਤਨ ਆਰਿਆਂ ਨਾਲ ਤੇ ਵਾਹਿ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮੇ ਹਾਰਿਆ ਸਿੱਖੀ ਸਿੱਧ ਕੇ ਸਾਸਵਾਸਾਂ ਨਾਲ ਗਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਾਹਿਗੁਰੂ। ਚੇਤੇ ਆਵਨ ਕਾ ਸਤਿਕਾਰ ਸਰਵ ਸੁਖ ਹੋ ਹੈ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰੱਕਿਆ ਰਿਆਇ ਦੇਖ ਦੇਖ ਫਤਿਹ ਕਰ ਕੀ ਪੈ ਪੰਥ ਦੀ ਸਾਹਿਬ ਦੀ ਸਹਾਇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ ਪੀਸ ਦਾਨ ਰਹਿਤ ਦਾਨ ਤਕੀਰ ਦਾਨ ਸਾਦਾ ਖੋਸਾ ਦਾਨਾ ਸਿਰਦਾਰ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਦੀ ਮੰਦ ਜੀ ਨੰਦ ਪਤ ਕੇ ਰੱਖਿਆ ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਅੰਮ੍ਰਿਤ ਪਾਰ ਵਿੱਚ ਕਿਰਪਾ ਹੋਈ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੁਆਰਾਂਗੇ ਨਿਤਨੇਮ ਦੀਆਂ ਬਾਣੀਆਂ ਦੀ ਜਾਪ ਹੋਏ ਆਸਾ ਜੀ ਦੀ ਰਾਤ ਦੇ ਸ਼ਬਦ ਦੀ ਵਿਚਾਰ
ਦੀਆਂ 6 ਪੌੜੀਆਂ ਦੇ ਜਾਪ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਾਣੀ ਦਾ ਸਹਾਰ ਕਮਾਈਆਂ ਸੰਤਾਂ ਨੂੰ ਬਖਸ਼ਣਾ ਕਿਲ ਫੁੱਲ ਹਾਜ਼ਰ ਕਰ ਕਰਵਾਉਣਾ ਸਰਬੱਤ ਸੰਤਾਂ ਦੀ ਪਾਉਣਾ ਗੁਰਮਤਿ ਅਨੁਸਾਰ ਬਖਸ਼ੀਆਂ ਦਾਤਾਂ ਚੁਕੜਾ ਪ੍ਰਸ਼ਾਦੀਆਂ ਦੀ ਕਮਾਉਣਾ ਗਰੀਬ ਪਾਕ ਸਤਿ ਰਾਏ ਸੀਤ ਪ੍ਰਸ਼ਾਦ ਸੰਤਾਂ ਵਿੱਚ ਵਰਤੇ ਜੀ ਛਕਿਆ ਆਪਣਾ ਨਾਮ ਜਪੇ ਪਾਵਨ ਨਾਮ ਬਖਸ਼ੋ ਜੀ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣੇ ਜਨਾਬ ਦੇ ਨਾਮ ਤੇ ਆਵੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰ ਆ ਗਿਆ ਭਈ ਕਾਲ ਕੀ ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਭ ਤੂੰ ਲੋਚਾ ਹੈ ਖੋਜ ਸ਼ਬਦ ਮੈਂ ਲੇ ਰਾਜ ਕਰੇ ਕਾ ਖਾਲਸਾ ਆਕੀ ਰਹੇ ਨ ਕੋਏ ਪਾਰ ਹੋਏ ਸਗਲਾਂਗੇ ਬਚੇ ਸ਼ਰਨ ਜੋ ਹੋਏ ਲੋ ਜਹਾਜ ਹੈ ਚੜੇ ਸੋਤਰੇ ਪਾਰ ਜਲਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਰਾਜਾ ਕੇ ਹਾਥ ਮੈਂ ਕਲਗੀ ਸੋਹੇ ਸੀਸ ਹੋਰੀ ਰਛਿਆ ਕਰੀ ਗੁਰੂ ਕਲਗੀ ਧਰ ਜਗਦੀਸ਼ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਸੋ ਕਾਹੂ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤਾ ਦੁਧ ਕਉ ਜਾਵਹੁ ਭਾਂਡਾ ਧੋਏ ਬੈਸ ਧੂਪ ਦੇਵਹ ਤਾ ਦੁਧ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਜਪਹੁ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹੋ ਮਨ ਈਟੀ ਹਾਥ ਕਰਹੁ ਫੁਨ ਨਿਤਰਉ ਨੀਂਦ ਨ ਆਵੈ ਰਸਨਾ ਨਾਮ ਜਪਉ ਤਬ ਮਥੀਐ ਇਨ ਵਿਧਿ ਅੰਮ੍ਰਿਤ ਪਾਵਹੁ ਮਨ ਸੰਪਟ ਜਿਤ ਸਤ ਸਰ ਨਹਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ ਕਹਿ ਦੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ ਕਹਿ ਦੇ ਕਹਿ ਜਾਵੈ ਤੁਮ ਸਾਰੇ ਅਵਰ ਨ ਕੋਈ ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।